ਅੱਜ ਪੰਜਾਬੀ ਮੂਲ ਦੇ ਹਰਜੀਤ ਸਿੰਘ ਸੱਜਣ ਜਿਨ੍ਹਾਂ ਨੂੰ ਰੱਖਿਆ ਮੰਤਰਾਲਾ ਮਿਲਣ ਤੇ ਸਸਪੈਂਸ ਬਰਕਰਾਰ ਹੈ। ਅਜਿਹਾ ਇਸ ਲਈ ਕਿਉਂਕਿ ਕੈਨੇਡੀਅਨ ਫੌਜ ਦੇ ਵਿੱਚ ਜਿਨਸੀ ਸ਼ੋਸ਼ਣ ਦੇ ਮਾਮਲੇ ਤੇ ਵਿਵਾਦ ਹੈ ਤੇ ਹਰਜੀਤ ਸਿੰਘ ਸੱਜਣ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਨੇ। ਆਲੋਚਨਾ ਵੀ ਹੋ ਰਹੀ ਹੈ। ਇਸੇ ਕਾਰਨ ਹੁਣ ਮੁੜ ਰੱਖਿਆ ਮੰਤਰਾਲਾ ਮਿਲੇਗਾ ਜਾਂ ਨਹੀਂ, ਇਸ ਤੇ ਸਸਪੈਂਸ ਬਣਿਆ ਹੋਇਆ ਹੈ। ਫੈਡਰਲ ਚੋਣਾਂ 'ਚ ਲਿਬਰਲ ਪਾਰਟੀ ਦੀ ਜਿੱਤ ਤੋਂ ਬਾਅਦ ਜਸਟਿਨ ਟਰੂਡੋ ਅਕਤੂਬਰ 'ਚ ਕੈਬਨਿਟ ਦਾ ਗਠਨ ਕਰ ਦੇਣਗੇ, ਪਰ ਪੰਜਾਬੀ ਮੂਲ ਦੇ ਹਰਜੀਤ ਸਿੰਘ ਸੱਜਣ ਦੇ ਮੁੜ ਰੱਖਿਆ ਮੰਤਰੀ ਬਣਨ ਤੇ ਸਸਪੈਂਸ ਪੈਦਾ ਹੋ ਗਿਆ। ਕੈਨੇਡੀਅਨ ਆਰਮਡ ਫੋਰਸਿਸ ਦੇ ਵਿੱਚ ਉਹਨਾਂ ਦੀ ਨਿਗਰਾਨੀ ਹੇਠ ਹੋਏ ਜਿਨਸੀ ਦੁਰਵਿਹਾਰ ਕਾਰਨ ਉਹਨਾਂ ਨੂੰ ਹਟਾਉਣ ਦੀ ਮੰਗ ਪਹਿਲਾਂ ਨਾਲੋਂ ਵਧੀ ਹੈ। ਓਟਾਵਾ ਸਿਟੀਜ਼ਨ ਦੇ ਵਿੱਚ ਲਿਖਦੇ ਹੋਏ ਡੇਵਿਡ ਪੁਲਸੀ ਨੇ ਦੱਸਿਆ ਕਿ ਸੱਜਣ ਦੀ ਰਾਸ਼ਟਰੀ ਰੱਖਿਆ ਦੇ ਵਿੱਚ ਵਾਪਸੀ ਦੀ ਉਮੀਦ ਨਹੀਂ ਹੈ ਅਤੇ ਕੁਝ ਆਲੋਚਕਾਂ ਦੀ ਨਜ਼ਰ ਦੇ ਵਿੱਚ ਉਹਨਾਂ ਨੂੰ ਕਾਫੀ ਹੱਦ ਤੱਕ ਬੇਅਸਰ ਅਤੇ ਅਯੋਗ ਮੰਤਰੀ ਦੇ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਕੁਝ ਲਿਬਰਲ ਵੀ ਇਸ ਦੀ ਹਮਾਇਤ ਕਰ ਰਹੇ ਨੇ। ਕੈਨੇਡਾ ਦੇ ਕੁਝ ਫੌਜੀਆਂ ਅਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਹਰਜੀਤ ਸਿੰਘ ਸੱਜਣ ਦੀ ਕਾਰਵਾਈ ਤੇ ਸਵਾਲ ਚੁੱਕੇ ਗਏ ਸਨ, ਪਰ ਵੈਨਕੂਵਰ ਸਾਊਥ ਦੇ ਵਿੱਚ ਹਰਜੀਤ ਸਿੰਘ ਸੱਜਣ ਨੇ ਮੁੜ ਜ਼ਬਰਦਸਤ ਜਿੱਤ ਹਾਸਲ ਕੀਤੀ ਸੀ। ਲਿਬਰਲ ਹਰਜੀਤ ਸਿੰਘ ਸੱਜਣ ਨੇ ਕੰਜ਼ਰਵੇਟਿਵ ਉਮੀਦਵਾਰ ਸੁਖਬੀਰ ਸਿੰਘ ਗਿੱਲ ਨੂੰ ਹਰਾਇਆ ਸੀ। ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਬੇਸ਼ੱਕ ਜਸਟਿਨ ਟਰੂਡੋ ਦੀ ਪਾਰਟੀ 159 ਸੀਟਾਂ ਜਿੱਤ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ, ਪਰ ਸਰਕਾਰ ਬਣਾਉਣ ਦੇ ਲਈ 170 ਸੀਟਾਂ ਦੀ ਜ਼ਰੂਰਤ ਹੈ। ਟਰੂਡੋ ਸਰਕਾਰ ਦੀ ਨਵੀਂ ਕੈਬਨਿਟ ਦੇ ਵਿੱਚ ਪੰਜਾਬੀ ਚਿਹਰੇ ਮੁੜ ਸ਼ਾਮਲ ਹੋ ਸਕਦੇ ਨੇ। ਕਈ ਨਵੇਂ ਪੰਜਾਬੀ ਚਿਹਰਿਆਂ ਦੇ ਸ਼ਾਮਲ ਹੋਣ ਦੀ ਵੀ ਚਰਚਾ ਹੈ। ਵਰਦੀਸ਼ ਚੱਗਰ, ਅਨੀਤਾ ਆਨੰਦ ਦੇ ਮੁੜ ਕੈਬਨਿਟ ਦੇ ਵਿੱਚ ਸ਼ਾਮਲ ਹੋਣ ਦੀ ਚਰਚਾ ਚੱਲ ਰਹੀ ਹੈ। ਪਹਿਲੀ ਵਾਰ ਕੈਲਗਰੀ ਸਕਾਈ ਵਿਊ ਤੋਂ ਚੋਣ ਜਿੱਤਣ ਵਾਲੇ ਜਾਰਜ ਚਾਹਲ ਅਤੇ ਕਮਲ ਖਹਿਰਾ ਦੇ ਵੀ ਕੈਬਨਿਟ 'ਚ ਸ਼ਾਮਲ ਹੋਣ ਦੀ ਚਰਚਾ ਹੈ। ਹਾਲਾਂਕਿ ਸੁਖ ਧਾਲੀਵਾਲ ਦਾ ਨਾਮ ਵੀ ਮੂਹਰਲੀ ਕਤਾਰ ਦੇ ਵਿੱਚ ਹੈ। ਕੈਬਨਿਟ 'ਚ ਜਿਨ੍ਹਾਂ ਪੰਜਾਬੀਆਂ ਦੇ ਨਾਮ ਸ਼ਾਮਲ ਹੋਣ ਦੀ ਚਰਚਾ ਹੈ, ਉਹਨਾਂ ਬਾਰੇ ਜਾਣਦੇ ਹਾਂ। ਵਰਦੀਸ਼ ਚੱਗਰ ਮਿਨਿਸਟਰੀ ਆਫ ਡਾਇਵਰਸਿਟੀ, ਇਨਕਲੂਜਨ ਐਂਡ ਯੂਥ ਮੰਤਰੀ ਵਾਟਰਲੂ ਤੋਂ ਜੇਤੂ ਰਹੇ। ਸਾਲ 2015 'ਚ ਟਰੂਡੋ ਸਰਕਾਰ 'ਚ ਮੰਤਰੀ ਬਣੇ। ਕੈਨੇਡਾ ਦੇ ਲਘੂ ਉਦਯੋਗ ਤੇ ਟੂਰਿਜ਼ਮ ਮੰਤਰੀ ਰਹੇ। ਹਾਊਸ ਆਫ ਕਾਮਨ 'ਚ ਸਰਕਾਰ ਦੀ ਅਗਵਾਈ ਕੀਤੀ। 1970 'ਚ ਵਰਦੀਸ਼ ਪਰਿਵਾਰ ਦੇ ਨਾਲ ਪੰਜਾਬ ਤੋਂ ਕੈਨੇਡਾ ਆਏ ਸਨ। ਅਨੀਤਾ ਆਨੰਦ ਪਬਲਿਕ ਸਰਵਿਸ ਤੇ ਖਰੀਦ ਮੰਤਰੀ, ਓਨਟਾਰੀਓ ਦੇ ਓਕਵਿਲ ਤੋਂ ਚੋਣ ਜਿੱਤੇ। ਪਹਿਲੀ ਵਾਰ ਫੈਡਰਲ ਚੋਣ ਲੜੀ ਸੀ ਅਤੇ ਮੰਤਰੀ ਬਣੇ ਸਨ। ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ ਲਾਅ ਦੇ ਪ੍ਰੋਫੈਸਰ ਰਹਿ ਚੁੱਕੇ ਨੇ। ਜਾਰਜ ਚਾਹਲ ਕੈਲਗਰੀ ਸਕਾਈ ਵਿਊ ਤੋਂ ਸਿਟੀ ਕੌਂਸਲਰ ਰਹਿ ਚੁੱਕੇ ਨੇ। ਕੈਲਗਰੀ ਸਕਾਈ ਵਿਊ ਰਾਈਡਿੰਗ ਤੋਂ ਲਿਬਰਲ ਉਮੀਦਵਾਰ ਸਨ। ਕੰਜ਼ਰਵੇਟਿਵ ਜੈਕ ਸਹੋਤਾ ਨੂੰ ਹਰਾ ਕੇ ਚੋਣ ਜਿੱਤੀ ਹੈ। ਕਮਲ ਖਹਿਰਾ ਨੇ ਬਰੈਂਪਟਨ ਵੈਸਟ ਤੋਂ ਚੋਣ ਜਿੱਤੀ। ਸਾਲ 2015 'ਚ ਬਰੈਂਪਟਨ ਵੈਸਟ ਤੋਂ ਪਹਿਲੀ ਵਾਰ ਚੋਣ ਜਿੱਤੀ। ਸਾਲ 2019 'ਚ ਕਮਲ ਖਹਿਰਾ ਨੇ ਦੂਜੀ ਵਾਰ ਚੋਣ ਜਿੱਤੀ। ਕਮਲ ਖਹਿਰਾ ਸੰਸਦੀ ਸਕੱਤਰ ਵੀ ਰਹਿ ਚੁੱਕੀ ਹੈ। ਕੈਨੇਡਾ ਦੀ ਸੰਸਦ ਦੇ ਵਿੱਚ ਕੁੱਲ 338 ਸੀਟਾਂ ਨੇ। ਬਹੁਮਤ ਦੇ ਲਈ 170 ਸੀਟਾਂ ਦੀ ਜ਼ਰੂਰਤ ਸੀ, ਪਰ ਚੋਣ ਨਤੀਜਿਆਂ ਮੁਤਾਬਿਕ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲ ਸਕਿਆ। ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਇਸ ਵਾਰ 47 ਪੰਜਾਬੀ ਆਪਣੀ ਕਿਸਮਤ ਅਜ਼ਮਾ ਰਹੇ ਸਨ, ਜਿਨ੍ਹਾਂ 'ਚ 20 ਤੋਂ ਵੱਧ ਔਰਤਾਂ ਸ਼ਾਮਲ ਸਨ। ਕਈ ਹਲਕਿਆਂ ਦੇ ਵਿੱਚ ਇੱਕ ਧਿਰ ਦੇ ਵੱਲੋਂ ਖੜੇ ਪੰਜਾਬੀ ਦਾ ਮੁਕਾਬਲਾ ਦੂਜੀ ਧਿਰ ਦੇ ਪੰਜਾਬੀ ਦੇ ਨਾਲ ਸੀ। ਉਮੀਦਵਾਰਾਂ ਦੀ ਅੰਤਿਮ ਸੂਚੀ ਦੇ ਵਿੱਚ ਸਭ ਤੋਂ ਵੱਧ ਪੰਜਾਬੀ ਮੂਲ ਦੇ ਉਮੀਦਵਾਰ ਲਿਬਰਲ ਪਾਰਟੀ ਦੇ ਸਨ। ਲਿਬਰਲ ਪਾਰਟੀ ਦੇ 17 ਪੰਜਾਬੀ ਉਮੀਦਵਾਰ ਸਨ। ਕੰਜ਼ਰਵੇਟਿਵ ਪਾਰਟੀ ਦੇ 13 ਪੰਜਾਬੀ ਉਮੀਦਵਾਰ, ਨਿਊ ਡੈਮੋਕ੍ਰੈਟਿਕ ਪਾਰਟੀ ਦੇ 10 ਪੰਜਾਬੀ ਉਮੀਦਵਾਰ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਨੇ 5 ਪੰਜਾਬੀ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ। ਗ੍ਰੀਨ ਪਾਰਟੀ ਦੇ ਵੱਲੋਂ ਇੱਕ ਅਤੇ ਇੱਕ ਆਜ਼ਾਦ ਪੰਜਾਬੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸੀ। ਕੈਨੇਡਾ ਦੀਆਂ ਮੱਧਕਾਲੀ ਚੋਣਾਂ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਲਿਬਰਲ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਲਿਬਰਲ ਲੀਡਰ ਜਸਟਿਨ ਟਰੂਡੋ ਨੇ ਗਵਰਨਰ ਜਨਰਲ ਦੇ ਕੋਲ ਘੱਟ ਗਿਣਤੀ ਸਰਕਾਰ ਦੇ ਲਈ ਆਪਣਾ ਦਾਅਵਾ ਪੇਸ਼ ਕਰਦਿਆਂ ਪੱਖ ਰੱਖਿਆ। A few hours ago I spoke with the Governor General and confirmed for her that it is my intention of forming the next government. We just got through an election where Canadians made it very clear the kinds of things they want us to work on, and I'm looking forward to getting into it. It's been a busy week already.
from phone calls with premiers to talk about their priorities to conversations with President Biden to, of course, on Saturday morning welcoming home Michael Kovrig and Michael Spavor to Canada, which was ਜਸਟਿਨ ਟਰੂਡੋ ਨੇ ਕਿਹਾ ਕਿ ਸਰਕਾਰ 'ਚ ਉਪ ਪ੍ਰਧਾਨ ਮੰਤਰੀ ਅਤੇ ਫਾਈਨਾਂਸ ਮਿਨਿਸਟਰ ਮੁੜ ਕ੍ਰਿਸਟੀਆ ਫਰੀਲੈਂਡ ਹੀ ਹੋਣਗੇ। ਜਸਟਿਨ ਟਰੂਡੋ ਨੇ ਦਾਅਵਾ ਕੀਤਾ ਹੈ ਕਿ ਨਵੀਂ ਕੈਬਨਿਟ ਅਕਤੂਬਰ ਮਹੀਨੇ 'ਚ ਰਸਮੀ ਤੌਰ ਤੇ ਸਹੁੰ ਚੁੱਕੇਗੀ ਅਤੇ ਫਾਲ ਸੀਜ਼ਨ ਸਤੰਬਰ ਤੋਂ ਨਵੰਬਰ ਦੇ ਅੰਤ ਤੋਂ ਪਹਿਲਾਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਵੇਗਾ। The other members of cabinet who I'll be asking to join over the coming weeks. We will be swearing in cabinet in the month of October, and we will be bringing back the House of Commons before the end of fall. The exact dates still to be worked out, but we are busy getting into the business of delivering on an ambitious agenda that Canadians laid out. ਜਸਟਿਨ ਟਰੂਡੋ ਸਰਕਾਰ ਬਣਾਉਣਗੇ, ਜਗਮੀਤ ਸਿੰਘ ਸਮਰਥਨ ਦੇਣਗੇ। ਅਜਿਹੇ 'ਚ ਵੇਖਣਾ ਹੋਵੇਗਾ ਕਿ ਫਿਰ ਜਗਮੀਤ ਸਿੰਘ ਦੀ ਟਰੂਡੋ ਸਰਕਾਰ 'ਚ ਭੂਮਿਕਾ ਕੀ ਰਹਿੰਦੀ ਹੈ। ਗੱਲਾਂ ਕਈ ਹੁੰਦੀਆਂ ਨੇ, ਕੁਝ ਮਾਹੌਲ ਬਣਾਉਣ ਵਾਲੀਆਂ, ਕੁਝ ਵਿਗਾੜਨ ਵਾਲੀਆਂ, ਕਦੇ-ਕਦੇ ਡਰਾਉਣ ਧਮਕਾਉਣ ਵਾਲੀਆਂ ਤੇ ਕੁਝ ਸੱਚ ਦੇ ਲਿਫਾਫੇ 'ਚ ਝੂਠ ਦੀ ਚਿੱਠੀ ਪਹੁੰਚਾਉਣ ਵਾਲੀਆਂ। उनको पता लगना चाहिए कि मेरा नेता कैसा होगा। ਅਜਿਹੀਆਂ ਗੱਲਾਂ ਹੁਣ ਹੋਰ ਨਹੀਂ, ਕਿਉਂਕਿ ਆ ਰਿਹਾ ਹੈ ਸਾਫ਼ ਸਿੱਧੀਆਂ ਤੇ ਸੱਚੀਆਂ ਗੱਲਾਂ ਦਾ ਪਹਿਲਾ ਸ਼ੋਅ ਮੁੱਖ ਦੀ ਗੱਲ, ਮੇਰੇ ਯਾਨੀ ਜਗਵਿੰਦਰ ਪਟਿਆਲ ਦੇ ਨਾਲ।